ਮੈਨੂੰ ਨਾ ਧੱਕੇ ਮਾਰ ਕੇ ਬੂਹਾ ਬਾਹਰ ਕੱਢਤਾ, ਦਰਵਾਜ਼ਾ ਬੰਦ ਕਰਤਾ। ਮੈਂ ਬੜੀ ਪਰੇਸ਼ਾਨ ਸਾਂ ਕਿ ਮੈਂ ਕਿੱਥੇ ਜਾਵਾਂ। ਮੇਰੇ ਕੋਲ ਕੋਈ 10 ਰੁਪਏ ਨਹੀਂ ਗਏ ਸੀ, ਕੋਈ ਰਾਬਤਾ ਨਹੀਂ। ਉਹਨਾਂ ਨੇ ਉੱਥੇ ਜਾ ਕੇ ਸ਼ਾਦੀ ਕਰ ਲਈ ਕੋਈ? ਹਾਂਜੀ, ਉੱਥੇ ਸ਼ਾਦੀ ਕਰਤੀ। ਕਹਿੰਦੇ ਮੈਂ ਇੱਥੇ ਸ਼ਾਦੀ ਕਰਤੀ ਨੇ, ਤੇ ਉਹਨਾਂ ਨੇ ਕੋਈ ਰਾਬਤਾ ਨਹੀਂ ਸਾਡੇ ਨਾਲ ਰੱਖਿਆ। ਇਸ ਵੇਲੇ ਤਾਂ ਮੈਂ ਜ਼ਿੰਦਾ ਤੇ ਇਹਨਾਂ ਨੇ ਲੈ ਆਉਣਾ, ਫਿਰ ਇਹਨਾਂ ਨੂੰ ਕੌਣ ਖਵਾਏਗਾ। ਮੈਂ ਬਹੁਤ ਮਜਬੂਰ ਹੋ ਗਿਆ ਬਸ। ਉਹਨੇ ਬਾਹਰ ਜਾ ਕੇ ਫੋਨ ਕਰਤਾ, 2 ਸਾਲ ਹੋਏ ਆ। ਫੋਨ ਤਾਂ ਕਿੰਨੇ 4 ਮਹੀਨੇ ਬਾਅਦ ਹੀ ਕਰ ਦਿੱਤਾ ਸੀ ਕਿ ਮੈਨੂੰ ਇਹ ਬੀਵੀ ਬੱਚੇ ਨਹੀਂ ਚਾਹੀਦੇ, ਮੈਂ ਇੱਥੇ ਸ਼ਾਦੀ ਕਰ ਲੈਣੀ ਆ। ਅਸੀਂ ਵੀ ਉਸ ਤਰ੍ਹਾਂ ਹੀ ਜ਼ਿਵਾ ਹੋਣ ਡਏ, ਰਾਤ ਦਿਨ ਛੁਰੀ ਚੱਲੀ ਜਾਂਦੇ ਸਾਡੀ ਗਰਦਨ ਤੇ ਚੱਲੀ ਜਾਂਦੀ, ਅਸੀਂ ਸਹੀ ਜਾਣ ਡਏ। लाहौर की बातों की वीडियो देखने के लिए वीडियो को लाइक करें, चैनल को सब्सक्राइब करें, साथ पे बेल आइकन पर जरूर प्रेस करें ताकि नई आने वाली वीडियो आप तक पहुंच सके। अस्सलाम वालेकुम नाजरीन, आपका मेज़बान असलम मूसा आपकी खिदमत में हाजिर है और आप देख रहे हैं लाहौर की बातें। लाहौर की बातों की तरफ से एक नई बात लेकर आपकी खिदमत में हाजिर हूँ। नाजरीन, मेरे अकम में देख सकते हैं एक बाप एक बेटी। बाप आप देख सकते हैं आगे ही बीमारी में मुब्तला हैं, ज़ख़म है इनका रोड एक्सीडेंट के अंदर। नाज़रीन, ये वाक़या इनके साथ पेश आता है तो ये लाइफ के लिए ही मतलब कि ये माजूर हो चुके हैं कि ये मैं कहता हूँ कि सहारा लेकर चलते हैं। और ऊपर से नाज़रीन, इनके ऊपर सबसे बड़ा जो वाक़या इनके ऊपर जो क़यामत बरपा हुई है, सबसे बड़ी बात नाज़रीन, ये किसी मर्ज़ में मुब्तला है, ख़ुद कमा नहीं सकते और इनके दरवाज़े के ऊपर इनकी बेटी आकर बैठ जाती है। इनका जो दामाद है वो इन्हें छोड़ देता है। नाज़रीन, हम अंकल जी से जानेंगे कि ये इनकी जो बेटी है इसको किस वजह से छोड़ा गया और इनके साथ ये वाक़या किस तरह पेश आया। अस्सलाम वालेकुम अंकल जी। वालेकुम सलाम। क्या नाम है अंकल जी? खादम हुसैन। खादम हुसैन अंकल जी, ਤੁਹਾਡੇ ਨਾਲ ਕੀ ਇਸ ਤਰ੍ਹਾਂ ਦਾ ਵਾਕਿਆ ਪੇਸ਼ ਆਇਆ ਕਿ ਤੁਹਾਨੂੰ ਇਹ ਮਾਜ਼ੂਰੀ ਸਾਰੀ ਜ਼ਿੰਦਗੀ ਦੀ ਬਣ ਗਈ? ਐਕਸੀਡੈਂਟ ਹੋਇਆ ਬੇਟਾ ਮੇਰਾ। ਐਕਸੀਡੈਂਟ ਹੋਣ ਨਾਲ ਜ਼ਖਮ ਮੇਰਾ ਖਰਾਬ ਹੋ ਗਿਆ, ਪਰੇਸ਼ਾਨੀਆਂ ਵੱਧ ਗਈਆਂ ਕਿ ਮੇਰੀ ਬੇਟੀ ਮੇਰੇ ਬੂਹੇ ਤੇ ਆ ਗਈ। ਬੇਟੀ ਤੁਹਾਡੀ ਬੂਹੇ ਤੇ ਕਿਵੇਂ ਆਈ? ਇਹਨਾਂ ਦੇ ਮੀਆਂ ਨੂੰ ਅਸੀਂ ਬਾਹਰ ਭੇਜਿਆ, ਠੱਗ ਕੇ ਪੈਸੇ ਸਦਾਰ ਫੜ ਤੁਸੀਂ ਕੇ। ਆਪਣੇ ਪੱਲਿਓਂ ਪੈਸੇ ਦਿੱਤੇ? ਕੁਛ ਅਸੀਂ ਲਾਏ, ਕੁਛ ਉਹਦੇ ਮਾਂ ਪਿਓ ਨੇ ਲਾਏ, ਜਿਵੇਂ ਵੀ ਲਾਏ ਇਕੱਠੇ ਕਰ ਕੇ ਭੇਜਤਾ। ਤੁਸੀਂ ਭੇਜਤਾ ਕਿ ਚਲੋ ਬੇਟੀ ਨੂੰ ਸੁੱਖ ਹੋ ਜਾਏਗਾ। ਹਾਂਜੀ, ਦਿਲ 'ਚ ਇਹ ਖੁਸ਼ੀਆਂ ਸੀ, ਚਲੋ ਮੇਰੀ ਬੇਟੀ ਸੁਖੀ ਹੋ ਜਾਏਗੀ, ਕੋਈ ਘਰ ਆਪਣਾ ਲੈ ਲੈਗੀ, ਬੱਚੇ ਚਲੋ ਤਰਬੀਅਤ ਪਾ ਜਾਣਗੇ, ਪੜ੍ਹ ਲਿਖ ਜਾਣਗੇ। ਕੋਈ ਨਹੀਂ, ਉਹਨੇ ਬਾਹਰ ਜਾ ਕੇ ਫੋਨ ਕਰਤਾ, 2 ਸਾਲ ਹੋਏ ਆ। ਫੋਨ ਤਾਂ ਕਿੰਨੇ 4 ਮਹੀਨੇ ਬਾਅਦ ਹੀ ਕਰ ਦਿੱਤਾ ਸੀ ਕਿ ਮੈਨੂੰ ਇਹ ਬੀਵੀ ਬੱਚੇ ਨਹੀਂ ਚਾਹੀਦੇ, ਮੈਂ ਇੱਥੇ ਸ਼ਾਦੀ ਕਰ ਲੈਣੀ ਆ। ਅੰਕਲ ਜੀ, ਫਿਰ ਤੁਹਾਡੇ ਤੇ ਉਹ ਕੀ ਵਕਤ ਗੁਜ਼ਰਿਆ ਜਦੋਂ ਉਹਨਾਂ ਨੇ ਕਿਹਾ? ਬੇਟਾ ਵਕਤ ਜਿਹੜਾ ਵੀ ਗੁਜ਼ਰੇ, ਇਨਸਾਨ ਫਿਰ ਸਹਿ ਹੀ ਜਾਂਦਾ ਨਾ, ਕੋਈ ਭਾਵੇਂ ਜੋ ਵੀ ਇਨਸਾਨ ਤੇ ਚੱਲੀ ਜਾਵੇ। ਹੁਣ ਜਦੋਂ ਡੰਗਰ ਜ਼ਿਬਾ ਹੁੰਦੇ, ਛੁਰੀ ਵੀ ਤਾਂ ਚੱਲਦਾ ਹੀ ਹੈ ਨਾ। ਉਹ ਅਸੀਂ ਵੀ ਉਸ ਤਰ੍ਹਾਂ ਹੀ ਜ਼ਿਬਾ ਹੋਣ ਡਏ, ਰਾਤ ਦਿਨ ਛੁਰੀ ਚੱਲੀ ਜਾਂਦੇ ਸਾਡੀ ਗਰਦਨ ਤੇ ਚੱਲੀ ਜਾਂਦੀ, ਅਸੀਂ ਸਹੀ ਜਾਣ ਡਏ। ਹਾਲੇ ਵੀ ਉਮੀਦ ਲਾ ਕੇ ਬੈਠੇ ਵੀ ਚਲੋ ਜੇ ਉਹ ਕਿਤੇ ਰਾਹ ਰਾਸਤੇ 'ਤੇ ਆ ਜਾਣਗੇ ਜਾਂ ਵਾਪਸ ਆ ਜਾਏਗਾ, ਮੇਰੀ ਧੀ ਨੂੰ ਲੈ ਜਾਣ। ਅੰਕਲ ਜੀ, ਉੱਤੋਂ ਇਹਨਾਂ ਦੇ ਬੱਚੇ ਵੀ ਨੇ? ਹਾਂਜੀ, 3 ਬੱਚੇ, 2 ਬੇਟੀਆਂ, 1 ਬੇਟਾ ਜੀ। ਛੋਟੇ ਬੱਚੇ ਨੇ। ਹੁਣ ਮੈਂ ਬਾਜ਼ਾਰ ਜਾਂਦਾ, ਮੰਗ ਕੇ ਲਿਆਉਣਾ ਤੇ ਬੱਚਿਆਂ ਨੂੰ ਖਵਾਉਂਦੇ ਅਸੀਂ। ਮੇਰੀ ਬੀਵੀ ਵੀ ਕੰਮ ਕਰਨ ਜਾਂਦੀ, ਛੋਟੀ ਬੇਟੀ ਉਹ ਵੀ ਕੰਮ ਕਰਨ ਜਾਂਦੀ। ਲੋਕਾਂ ਦੇ ਘਰਾਂ 'ਚ ਕੰਮ ਕਰਨ ਲੱਗ ਪਏ ਅਸੀਂ, ਸਿਰਫ ਆਪਦੀ ਇੱਕ ਧੀ ਵਾਸਤੇ ਜਾਂ ਉਹਦੇ ਬੱਚਿਆਂ वास्ते। नाज़रीन, देख सकते हैं कि बाप लाचार है, माजूर है, काम नहीं कर सकता, लेकिन भीख मांग कर ही अपने जो बेटी को पाल रहे हैं, अपने जो इनके जो बेटी के बच्चे हैं उनको भी पाल रहे हैं। नाज़रीन, क्या वक़्त है। वो कम उसे इंसान तो नहीं कह सकते कि एक अपने फूल जैसी बेटियों को, रहमतों को इसने ठुकरा दिया बीवी के समेत। तो अच्छा बाजी, ਤੁਹਾਡੀ ਜਦੋਂ ਤੁਹਾਨੂੰ ਉਹਨਾਂ ਨੇ ਕੀ ਕਿਹਾ ਸੀ ਕਿ ਮੈਂ ਤੁਹਾਨੂੰ ਕਿਸ ਵਜ੍ਹਾ ਤੋਂ ਨਹੀਂ ਰੱਖਦਾ, ਕੋਈ ਵਜ੍ਹਾ ਦੱਸੀ ਉਹਨਾਂ ਨੇ ਕਿਉਂ ਨਹੀਂ ਤੁਹਾਨੂੰ ਰੱਖ ਰਹੇ? ਨਹੀਂ ਬਈ, ਵਜ੍ਹਾ ਤਾਂ ਕੋਈ ਨਹੀਂ ਦੱਸੀ। ਬਸ ਉਹਨੇ ਕਿਹਾ ਜਦੋਂ ਸਾਡੇ ਬੇਟੇ ਦਾ ਤੇਰੇ ਨਾਲ ਕੋਈ ਤਲਕ ਵਾਸਤਾ ਨਹੀਂ ਰਿਹਾ, ਜਦੋਂ ਉਹਨੇ ਸਾਨੂੰ ਕਹਿਤਾ ਕਿ ਅਸੀਂ ਮੈਂ ਉਹਨੂੰ ਨਹੀਂ ਰੱਖਣਾ, ਬੱਚੇ ਵੀ ਕਿਹੜੇ ਮੁਲਕ ਦੇ ਵਿੱਚੋਂ ਗਏ? ਪਤਾ ਨਹੀਂ ਬਈ, ਦੱਸਿਆ ਨਹੀਂ ਸਾਨੂੰ, ਕੋਈ ਰਾਬਤਾ ਨਹੀਂ। ਉਹਨਾਂ ਨੇ ਉੱਥੇ ਜਾ ਕੇ ਸ਼ਾਦੀ ਕਰ ਲਈ ਕੋਈ? ਹਾਂਜੀ, ਉੱਥੇ ਸ਼ਾਦੀ ਕਰਤੀ। ਕਹਿੰਦੇ ਮੈਂ ਇੱਥੇ ਸ਼ਾਦੀ ਕਰਤੀ ਨੇ, ਉਹਨਾਂ ਨੇ ਕੋਈ ਰਾਬਤਾ ਨਹੀਂ ਸਾਡੇ ਨਾਲ ਰੱਖਿਆ। ਅੱਛਾ, ਜਦੋਂ ਉਹਨਾਂ ਨੇ ਤੁਹਾਨੂੰ ਕੱਢਤਾ ਤੁਹਾਡੀ ਬੇਟੀਆਂ ਸਮੇਤ, ਤੁਹਾਡੇ ਜਿਹੜੇ ਸਸੁਰਾਲ ਵਾਲਿਆਂ ਨੇ, ਤੇ ਤੁਸੀਂ ਕਿਸ ਤਰ੍ਹਾਂ ਆਪਣੇ ਬਾਪ ਦੇ ਘਰ ਪਹੁੰਚੀਆਂ? ਮੈਨੂੰ ਨਾ ਧੱਕੇ ਮਾਰ ਕੇ ਬੂਹਾ ਬਾਹਰ ਕੱਢਤਾ, ਦਰਵਾਜ਼ਾ ਬੰਦ ਕਰਤਾ। ਮੈਂ ਬੜੀ ਪਰੇਸ਼ਾਨ ਸਾਂ ਕਿ ਮੈਂ ਕਿੱਥੇ ਜਾਵਾਂ। ਮੇਰੇ ਕੋਲ ਕੋਈ 10 ਰੁਪਏ ਨਹੀਂ ਗਏ ਸੀ ਕਿ ਮੈਂ ਕਿਰਾਇਆ ਲਾ ਕੇ ਚਲੀ ਜਾਵਾਂ। ਉਹਨਾਂ ਦੇ ਹਮਸਾਏ ਗਏ ਸੀ ਮੇਰੇ ਸਸੁਰਾਲ ਵਾਲਿਆਂ ਦੇ, ਉਹਨਾਂ ਦਾ ਮੈਂ ਦਰਵਾਜ਼ਾ ਖੜਕਾਇਆ ਅਤੇ ਮੈਂ ਉਹਨਾਂ ਦੇ ਫਿਰ ਨੰਬਰ ਤੋਂ ਆਪਣੇ
ਵਾਲਾ ਸਾਹਿਬ ਨੂੰ ਫੋਨ ਕਰਕੇ ਕਿਹਾ ਕਿ ਮੈਨੂੰ ਉਹਨਾਂ ਨੇ ਕੱਢਤਾ ਤੇ ਮੈਂ ਇਸ ਤਰ੍ਹਾਂ ਸੜਕ ਤੇ ਖੜੀ ਹੀ ਹਾਂ। ਮੈਂ ਮਜਬੂਰ ਸਾਂ, ਜਾ ਕੇ ਆਪਦੀ ਬੇਟੀ ਦੀ ਬਾਂਹ ਫੜੀ ਆਪਦੇ ਘਰ ਲੈ ਆਇਆ। ਹੋਰ ਮੈਂ ਕੀ ਕਰ ਸਕਦਾ, ਬੇਵੱਸ ਸਾਂ। ਦਮਾਦ ਨੂੰ ਕੁਛ ਨਹੀਂ ਕਿਹਾ ਤੁਸੀਂ? ਬੇਟਾ ਅਸੀਂ ਦਮਾਦ ਨੂੰ ਕੀ ਕਹਿਣਾ, ਦਮਾਦ ਤੇ ਸਾਡੇ ਤੋਂ ਪਤਾ ਨਹੀਂ ਕਿਹੜੇ ਜ਼ਿਲ੍ਹੇ ਸ਼ਹਿਰ 'ਚ ਬੈਠਾ, ਕਿ ਦਮਾਦ ਸਾਹਮਣੇ ਹੋਵੇ ਤੇ ਚਲੋ ਅਸੀਂ ਤੇ ਫਿਰ ਵੀ ਦਮਾਦ ਨੂੰ ਕੀ ਕਹਿ ਸਕਦਾ ਬੰਦਾ। ਅਸੀਂ ਇਹਨਾਂ ਰਿਸ਼ਤਿਆਂ ਦੀ ਇੰਨੀ ਕਦਰ ਕਰਦੇ ਕਿ ਦਮਾਦ ਨੂੰ ਅਸੀਂ ਗਾਲ ਵੀ ਕੱਢ ਕੇ ਰਾਜ਼ੀ ਨਹੀਂ। ਸਾਡੇ ਸਿਰ ਦਾ ਤਾਜ ਹੈ, ਮੇਰੇ ਧੀ ਦੀ ਛੱਤ ਆ ਸਿਰ ਦੀ, ਅਸੀਂ ਗਾਲ ਉਹਨੂੰ ਕਿਵੇਂ ਕੱਢੀਏ। ਅਸੀਂ ਇੱਕ ਆਸ ਉਮੀਦ ਹੱਲੇ ਲੈ ਕੇ ਬੈਠੇ ਹਾਂ ਕਿ ਚਲੋ ਜੀ ਆ ਜਾਏਗਾ ਤੇ ਆਪਦੇ ਬੱਚਿਆਂ ਨੂੰ ਵਾਪਸ ਲੈ ਜਾਵੇ। ਚਲੋ ਹੁਣ ਬਾਬਾ ਜੀ ਉਹਨਾਂ ਦੱਸ ਰਹੀ ਤੁਹਾਡੀ ਬੇਟੀ ਉਹਨਾਂ ਨੇ ਤੇ ਸ਼ਾਦੀ ਕਰ ਲਈ। ਦੇਖੋ ਜੀ, ਸ਼ਾਦੀ ਕਰ ਲਈ ਹੈ ਤੇ ਹੋ ਸਕਦਾ ਕਰ ਲਈ ਆ, ਜਾਂ ਤਾਂ ਮੁੜ ਕੇ ਉਹਨੂੰ ਛੱਡ ਵੀ ਸਕਦਾ, ਜਾਂ ਅੱਲਾ ਜਾਣੇ ਉਹਨੇ ਆਪਦੀ ਐਸ਼ ਪ੍ਰਸਤੀ ਵਾਸਤੇ ਉੱਥੇ ਕਰ ਲਈ ਜਾਂ ਕੀ ਕਰ ਲਈ। ਅਸੀਂ ਤੇ ਕਾਸ ਲੈ ਕੇ ਬੈਠੇ ਹਾਂ ਨਾ। ਅਗਲੀ ਗੱਲ ਦਾ ਤਾਂ ਸਾਨੂੰ ਨਹੀਂ ਪਤਾ ਵੀ ਉਹ ਮੇਰੀ ਬੇਟੀ ਨੂੰ ਲਿਜਾਂਦਾ ਜਾਂ ਨਹੀਂ ਲਿਜਾਂਦਾ, ਜਾਂ ਉਹਨੂੰ ਹੀ ਰੱਖਦਾ ਜਿਹੜੀ ਉਹਨੇ ਕੀਤੀ। ਉਹ ਵਾਪਸ ਆਉਂਦਾ ਵੀ ਕਿ ਨਹੀਂ ਆਉਂਦਾ, ਇੱਕ ਆਸ ਉਮੀਦ ਲੈ ਕੇ ਬੈਠੇ हैं बस। नाज़र आप देख सकते हैं कि बाबा जी की ज़ुबानी उनकी सुनी है कहानी कि वो एक आस पे, एक उम्मीद पे ही बैठे हुए हैं कि चलो शायद उसके दिल के अंदर कोई रहम आ जाए और ये अपनी जो बेटी है, इनकी जो अपनी जो बीवी है और अपनी बेटियों को ले जाए यहाँ से। और मैं कहता हूँ अंकल जी ये खुद कमा नहीं सकते। नाज़रीन सबसे बड़ी बात, ਦੇਖੋ ਜੀ, ਮੈਂ ਇਹਨਾਂ ਰੱਬ ਤੋਂ ਡਰਦਾ ਕਿ ਜੇ ਮੈਂ ਬੇਟੀ ਦੀ ਕਿਤੇ ਸ਼ਾਦੀ ਹੋਰ ਕਰਾਂ ਤੇ ਮੇਰੀ ਬੇਟੀ ਦੇ ਬੱਚੇ ਕੌਣ ਪਾਲੇਗਾ। ਇਸ ਵੇਲੇ ਤੇ ਮੈਂ ਜ਼ਿੰਦਾ ਤੇ ਇਹਨਾਂ ਨੇ ਲੈ ਆਉਣਾ, ਫਿਰ ਇਹਨਾਂ ਨੂੰ ਕੌਣ ਖਵਾਏਗਾ। ਮੈਂ ਬਹੁਤ ਮਜਬੂਰ ਹੋ ਗਿਆ ਬਸ। ਇਹ ਕਿੱਧਰ ਲਿਜਾਏਗੀ, ਅਗਲਾ ਘਰ ਬੱਚੇ ਨਾ ਇਹਦੇ ਕਬੂਲ ਕਰੇ, ਮੈਂ ਕੀ ਕਰ ਸਕਦਾ। ਇਹਨੂੰ ਮੈਂ ਕਿੰਨਾ ਚਿਰ ਰੱਖ ਸਕਦਾ। ਮੈਂ ਇਸ ਜ਼ਿੰਦਗੀ ਦਾ ਫੈਸਲਾ ਹੈ ਕਿ ਮੈਂ ਥੋੜ੍ਹਾ ਚਿਰ ਉਡੀਕ ਕੇ ਉਹਨਾਂ ਨਾਲ ਗੱਲ ਕਰਕੇ ਮੈਂ ਆਪਣੀ ਬੇਟੀ ਨੂੰ ਫਾਰਗ ਕਰਾਉਣਾ ਉਹਨਾਂ ਕੋਲ। ਕਿਧਰੇ ਹੋਰ ਕਰ ਦੇਂਗੇ, ਇਹਦੀ ਜ਼ਿੰਦਗੀ ਕਾਦਰੀ ਰੋਲਾਂਦੀ। ਜੇ ਆਸ ਉਮੀਦ ਲੈ ਕੇ ਬਹਿ ਜਾਏ ਕਿ ਮੇਰਾ ਬੱਚਾ ਹੋ ਜਾਏਗਾ ਤਾਂ ਆਪੇ ਕਮਾ ਦੇ ਖਾ ਲੇਗਾ, ਤੇ ਫਿਰ ਇਹਦੀ ਮਰਜ਼ੀ। नाज़र आप देख सकते हैं कि बाप बिल्कुल लाचार है कि मैं इनकी शादी किस तरह आगे करूं। अगर शादी करता हूं तो अगला घर इनके बच्चे ना एक्सेप्ट करे तो क्या बनेगी। नाज़रीन अब अंकल जी की दास्तां उन्हीं की ज़ुबानी सुनी है कि अब इनके ऊपर क्या वक्त गुजरा और ये अपने जो बेटी के बच्चे हैं इनको किस तरह पा रहे हैं। अच्छा बाबा जी एंड ते तुहानू हुकूमत तो की अपील चाहते हो, तुहानू बड़े लोग नाज़रीन वेख रहे हैं। ਬਸ ਜੀ ਮਦਦ ਚਾਹੁੰਦਾ ਕਿ ਮੇਰੀ ਮਦਦ ਕੀਤੀ ਜਾਏ। ਬੜਾ ਮਜਬੂਰ ਹਾਂ ਮੈਂ, ਆਪ ਵੀ ਮਜਬੂਰਾਂ ਨਹੀਂ ਦਵਾਈ ਲੈ ਹੁੰਦੀ। ਕਈਆਂ ਮਰਜ਼ਾਂ ਦਾ ਮਰੀਜ਼ ਬਣ ਗਿਆ, ਬਲੱਡ ਵੀ ਦਾ, ਲੱਤ ਵੀ ਆ, ਜਿਸਮ ਵੀ ਮੇਰਾ ਕੰਮ ਨਹੀਂ ਦਿੰਦਾ, ਥਾਂ ਥਾਂ ਤੋਂ ਟੁੱਟ ਗਿਆ ਐਕਸੀਡੈਂਟ ਹੋਣ ਨਾਲ। ਬਸ ਇਹੀ ਕਰ ਸਕਦਾ, ਬਾਜ਼ਾਰ ਜਾ ਕੇ ਬਹਿ ਜਾਣਾ ਤੇ ਚਾਰਾਂ ਨੇ ਲੈ ਆਉਣਾ, ਉਹ ਖਾ ਛੱਡਦੇ ਬਸ। नाज़र आपने देखा कि बाबा जी कहते हैं कोई चीज़ नहीं है, कमाने वाला कोई इनका बेटा भी नहीं है। नाज़र ये खुद ही जाते हैं रोड के ऊपर बैठ के, जिस तरह इंसान भीख मांगते हैं बाज़ार के अंदर बैठ जाते हैं, कुछ दे जाता है तो नाज़रीन उसी से घर सरकट चला रहे हैं। लेकिन नाज़रीन आपको पता है भीख से सरकट नहीं चलता। नाज़रीन तो इनका नीचे नंबर चल रहा है स्क्रीन के ऊपर, इनकी हेल्प करें, इनको डोनेट करें। इसी के साथ अपने मेज़बान असलम मूसा को इजाज़त दें और देखते रहें लाहौर की बातें पाकिस्तान जिंदाबाद।